हर जन राखै, हर जन राखे, गुर गोविंद हर जन राखे, गुर गोविंद कंठ लाए अवगुण सब मेटे, दयाल पुरख बख्शंद चतुर्दिशा कीनो बल अपना, सिर ऊपर कर तारियो, कृपा कटाक्ष अवलोकन कीनो, दास का दुख बिदारियो, जो मांगे ठाकुर अपने ते, सोई सोई देवै, नानक दास नानक दास मुख ते जो बोलै, इहाँ उहाँ सच होवै, नानक दास मुख ते जो बोलै, इहाँ उहाँ सच होवै। वाहिगुरु पौड़ी जिसनो तू रखवाला, मारे तिस कौन, जिसनो तू रखवाला, जिता तिणै भैण। धन धन सतगुरु गुरु अर्जन देव महाराज जी की अमृतमय बाणी। राम कली की वार। आओ अज इसते 8वीं पौड़ी की विचार करिए, जो कि श्री गुरु ग्रंथ साहिब जी के 961 अंग उत्ते सुशोभित है जी। पौड़ी जिसनो तू रखवाला, मारे तिस कौन, जिसनू तू रखवाला, जिता तिणै भैण। सतगुरु जी उपदेश करते हैं, ये वाहिगुरु जिस नू तू रखवाला, जिसका तू रखवाला बन जाता है, उसनू फिर किहड़े विकार मार सकते हैं, उसनू किहड़े विकार आत्मक मौत ते मार सकते हैं। क्योंकि जिसका तू रखवाला बन जाता है, वो इस सारे जगत नू जित लेंदा है। जिता तिणै भैण, भैण क्योंकि भैण दे थले नाणे नू औंकड़ है, इस करके ये भैण ओ सिस्टर नहीं, भैण ये भवन जगत कि जिसका तू रखवाला बन जाता है,
ਉਹ ਫਿਰ ਸਾਰਾ ਜਗਤ ਹੀ ਉਹ ਜਿੱਤ ਲੈਂਦਾ ਹੈ। ਜਗਤ ਕਿਸ ਤਰ੍ਹਾਂ ਜਿੱਤ ਲੈਂਦਾ ਹੈ? ਕਿਉਂਕਿ ਜਿਸ ਦਾ ਤੂੰ ਰਖਵਾਲਾ ਬਣ ਜਾਂਦਾ ਹੈ, ਉਸ ਨੂੰ ਕੋਈ ਵਿਕਾਰ ਨਹੀਂ ਪਾਉਂਦਾ ਹੈ, ਉਸ ਨੂੰ ਕੋਈ ਵਿਕਾਰ ਆਤਮਿਕ ਮੌਤ ਤੇ ਨਹੀਂ ਮਾਰ ਸਕਦਾ। ਉਹ ਫਿਰ ਨਾਮ ਦੇ ਨਾਲ ਜੁੜਦਾ ਹੈ, ਨਾਮ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਵਸ ਕਰ ਲੈਂਦਾ ਹੈ। ਉਸ ਦਾ ਮਨ ਉਸ ਦੇ ਵਸ ਵਿੱਚ ਆ ਜਾਂਦਾ ਹੈ। ਮਨ ਵਸ ਵਿੱਚ ਆ ਗਿਆ ਤਾਂ ਫਿਰ, ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਫਰਮਾਨ ਹੈ, ਮਨ ਜੀਤੈ ਜਗ ਜੀਤ। ਜੇ ਮਨ ਨੂੰ ਜਿੱਤ ਲਿਆ, ਮਨ ਨੂੰ ਆਪਣੇ ਵਸ ਵਿੱਚ ਕਰ ਲਿਆ, ਤਾਂ ਮਾਨੋ ਕਿ ਸਾਰੇ ਜਗਤ ਨੂੰ ਹੀ ਜਿੱਤ ਲਿਆ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਵੀ ਉਪਦੇਸ਼ ਕਰਦੇ ਹਨ, ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿਣ ਭੈਣ। ਜਿਸ ਦਾ ਤੂੰ ਵਾਹਿਗੁਰੂ ਰਖਵਾਲਾ ਬਣ ਜਾਂਦਾ ਹੈ, ਉਹ ਸਾਰਾ ਜਗਤ ਨੂੰ ਹੀ ਉਹ ਜਿੱਤ ਲੈਂਦਾ ਹੈ, ਸਾਰਾ ਜਗਤ ਹੀ ਉਸ ਦੇ ਵਾਸਤੇ ਵਿੱਚ ਆ ਜਾਂਦਾ ਹੈ। ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ। ਅੰਗ ਅੰਗੀਕਾਰ, ਪੱਖ ਕਰਨਾ। ਜਿਸ ਤਰ੍ਹਾਂ ਰਹਿਰਾਸ ਸਾਹਿਬ ਦੇ ਵਿੱਚ ਆਪਾਂ ਹਰ ਰੋਜ਼ ਪਾਠ ਕਰਦੇ ਹਾਂ, ਅੰਗੀਕਾਰ ਉਹ ਕਰੈ ਤੇਰਾ, ਕਾਰਜ ਸਭ ਸਵਾਰਣਾ। ਅੰਗੀਕਾਰ ਉਹ ਪੱਖ ਕਰੇਗਾ ਤੇਰਾ, ਤੇਰੀ ਸਹਾਇਤਾ ਕਰੇਗਾ। ਅੰਗ ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ। ਉਸ ਦਾ ਮੁਖ ਜੋ ਹੈ ਉਹ ਉਜਲਾ ਹੋ ਜਾਂਦਾ ਹੈ, ਉਸ ਦਾ ਮੁਖ ਖਿੜਿਆ ਰਹਿੰਦਾ ਹੈ, ਉਸ ਦੇ ਮੁਖ ਤੇ ਵਿਗਾਸ ਆ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਕਿਉਂਕਿ ਭਗਤ ਜਨ ਜੋ, ਉਹਨਾਂ ਦੇ ਮੁਖ ਦੇ ਉੱਤੇ ਸਦਾ ਵਿਗਾਸ ਰਹਿੰਦਾ, ਉਹਨਾਂ ਦਾ ਹਿਰਦਾ ਖਿੜਿਆ ਰਹਿੰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ, ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ। ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਜਿਸ ਦੇ ਪੱਖ ਦੇ ਵਿੱਚ ਤੁਸੀਂ ਆ ਜਾਂਦੇ ਹੋ, ਜਿਸ ਦੀ ਤੁਸੀਂ ਸਹਾਇਤਾ ਵਾਹਿਗੁਰੂ ਹੀ ਕਰਦੇ ਹੋ, ਉਹ ਫਿਰ ਨਿਰਮਲੀ ਹੂੰ ਨਿਰਮਲਾ, ਉਹ ਮਹਾ ਪਵਿੱਤਰ ਹੋ ਜਾਂਦਾ ਹੈ। ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ। ਜਿਸ ਦੇ ਉੱਤੇ ਉਸ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਵੇ, ਉਸ ਦਾ ਫਿਰ ਕੋਈ ਵੀ ਲੇਖਾ ਨਹੀਂ ਪੁੱਛਿਆ ਜਾਂਦਾ। ਉਹਦੇ ਪਿਛਲੇ ਕੀਤੇ ਹੋਏ ਕਰਮ ਜੋ ਵੀ ਹਨ, ਉਹ ਸਾਰੇ ਹੀ ਖਤਮ ਹੋ ਜਾਂਦੇ ਹਨ। ਕਿਉਂਕਿ ਉਸ ਵਾਹਿਗੁਰੂ ਦੀ ਉਸ ਦੇ ਉੱਤੇ ਨਜ਼ਰ ਹੋ ਗਈ, ਉਸ ਦੀ ਮਿਹਰ ਦੀ ਨਜ਼ਰ ਹੋ ਗਈ। ਫਿਰ ਉਸ ਦੇ ਸਾਰੇ ਹੀ ਕਰਮ ਜੋ ਹਨ ਕੀਤੇ ਹੋਏ, ਕੋਈ ਪਾਪ ਕੀਤਾ ਹੋਇਆ ਹੈ, ਕੁਛ ਵੀ ਹੈ, ਉਹ ਸਾਰਾ ਲੇਖਾ ਹੀ ਖਤਮ ਹੋ ਜਾਂਦਾ ਹੈ। ਕਿਉਂਕਿ ਉਸ ਵਾਹਿਗੁਰੂ ਦੀ ਨਜ਼ਰ ਹੋ ਗਈ। ਨਜ਼ਰ ਹੋਣ ਦੇ ਨਾਲ ਉਹ ਫਿਰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ। ਨਾਮ ਦੇ ਨਾਲ ਜੁੜਨ ਕਰਕੇ, ਜਿਸ ਤਰ੍ਹਾਂ ਕਿ ਇੱਕ ਲੱਖਾਂ ਹੀ ਮਨਾਂ ਦਾ ਲੱਕੜਾਂ ਦਾ ਢੇਰ ਹੋਵੇ, ਨਿੱਕੀ ਜਿਹੀ ਉਹਦੇ ਵਿੱਚ ਕਿਣਕਾ ਜਿਹਾ ਅੱਗ ਪਾ ਦੀਏ, ਉਹ ਸਾਰੇ ਦਾ ਸਾਰਾ ਸੜ ਕੇ ਸੁਆਹ ਹੋ ਜਾਂਦਾ ਹੈ। ਇਸੇ ਤਰ੍ਹਾਂ ਭਾਵੇਂ ਜਿਸ ਤਰ੍ਹਾਂ ਦੇ ਮਰਜ਼ੀ ਕਰਮ ਕੀਤੇ ਹੋਣ, ਜਦੋਂ ਉਸ ਦੀ ਨਜ਼ਰ ਹੁੰਦੀ ਹੈ, ਫਿਰ ਉਹ ਆਪਣੇ ਨਾਮ ਦੀ ਬਖਸ਼ਿਸ਼ ਕਰਦਾ ਹੈ, ਫਿਰ ਉਹ ਸਾਰੇ ਕੀਤੇ ਹੋਏ ਪਾਪ ਖਤਮ ਹੋ ਜਾਂਦੇ ਹਨ। ਇਸ ਤਰ੍ਹਾਂ ਲੇਖਾ ਜੋ ਹੈ ਉਹ ਖਤਮ ਹੋ ਜਾਂਦਾ ਹੈ। ਫਿਰ ਕੋਈ ਲੇਖਾ ਹੀ ਨਹੀਂ ਪੁੱਛਦਾ, ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ, ਘੋਰ ਦੁਖੀਆਂ ਅਣਕ ਹੱਤਿਆਂ ਜਨਮ ਦਰਿਦਰੰ
महाविख्यातं मिटंत सगल सिमरंत हर नानक। नानक मिटंत सगल सिमरंत हर नाम। नानक जैसे पावक काष्ट भस्मं करोत। ये सारे पाप इस तरह ही खत्म हो जाते हैं जिस तरह के छोटा जिहा अग दा किनका जो है लखां ही लकड़ां दे ढेर होना उन्होंने खत्म कर सकता है। इस तरह लेखा खत्म होता है जदों वो वाहिगुरू अपनी नज़र कर दिंदा है। उसकी नज़र बख्शिश सब कुछ उसकी नज़र दे विच ही है। जो कुछ भी आपां करी जाइए जे उसकी नज़र नहीं है तो वो किते भी प्रवान नहीं हुंदा। वो वाहिगुरू की नज़र होवे तो सब कुछ ही प्रवान हो जाता है। जिस तरह कि आपां जपजी साहिब की पौड़ी दे विच पढ़दे हां कि भावें असीं लखां वारी इस जीवा दे नाल वो वाहिगुरू दा सिमरन करी जाइए। एक दो जीवों लख होएं, लख होएं लख बीस, लख लख गेड़ा आखिए एक नाम जगदीश। हित आहा पत पवड़ियां चढ़िए होए अकीस। ये पवड़ियां हन पति दे वल जाण नूं किहड़ियां सिमरन दियां। पर सतगुरु जी नाल ही कह दिंदे हन एत राह पत पवड़ियां चढ़िए होए अकीस। सुन गल्लां आकाश की कीटां आई रीस। वो पहुंचिया होया दियां गल्लां सुन के कीटां नूं भी रीस आ जाती है। वो करते हैं उस वाहिगुरू दा सिमरन करते हैं पर कीटां आई रीस। नानक नदरी पाईए कूड़ी कूड़ा ठीस। कूड़े मनुख दी ये कूड़ी ही गल है, कूड़ी ही गप है कि वो वाहिगुरू नूं असीं बार बार जप के प्राप्त कर लवांगे। सतगुरु जी कहते हैं नानक नदरी पाई है। जे उस वाहिगुरू की नज़र है तां ही प्राप्ति हुंदी है। असीं जितनी मर्जी कोशिशां कर लईए, जो कुछ मर्जी धार्मिक काम कर लईए, पर उस वाहिगुरू की नज़र होएगी तां ही उसकी बख्शिश हुंदी है, तां ही उस वाहिगुरू की प्राप्ति हुंदी है। तो सतगुरु जी इत्थे भी सानू यही उपदेश करदे हन जिस नूं तेरी नज़र ना लेखा पुछिए, जिस नूं तेरी खुशी तिन नौ निध पुंची है। जिस ते उपर है वाहिगुरू तेरी खुशी हो जाती है। वो फिर ये नाम जो है जो नौ निधियां हैं, नाम नौ निधि का खजाना है, उसनों उसकी प्राप्ति हो जाती है, उसका वो आनंद मानता है। जिस नूं तू प्रभ वल तिस क्या मोह छंदगी। जिस ते वल तू वाहिगुरू है फिर उसनूं किसदी मोहताजी, वो तो फिर बेमोहताज ही हो जाता है। जिस नूं तेरी मेहर सो तेरी बंदगी। जिस दे उत्ते है वाहिगुरू तेरी मेहर हुंदी है वही तेरी बंदगी दे विच लगदा है। ये सब कुछ उस वाहिगुरू की नज़र दे उत्ते है। वो वाहिगुरू की नज़र मंगीए कि वो साडे उत्ते मेहर की नज़र करे तां ही असीं उस वाहिगुरू दे नाल जुड़ सकते हैं, तां ही उस वाहिगुरू दा असीं सिमरन कर सकते हैं। अपनी कोशिशां दे नाल नहीं, वो वाहिगुरू की नज़र दे विच ही सब कुछ है जी। वाहिगुरू जी का खालसा वाहिगुरू जी की फतेह।